ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਆਪਾਂ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਸਿੱਖ ਪੰਥ, ਖਾਲਸਾ ਪੰਥ, ਸਿੱਖ ਧਰਮ ਜਿਸ ਦੀ ਨੀਂਹ ਰੱਖੀ, ਉਸ ਬਾਰੇ ਆਪਾਂ ਵਿਚਾਰ ਕਰ ਰਹੇ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਇਹ ਸਿੱਖ ਧਰਮ ਦਾ ਬੂਟਾ ਲਾਇਆ, ਇੱਕ ਵੱਖਰਾ ਧਰਮ ਚਲਾਇਆ। ਕਿਸ ਤਰ੍ਹਾਂ ਉਹਨਾਂ ਨੇ ਵੱਖਰਾ ਧਰਮ ਚਲਾਇਆ, ਇਸ ਬਾਰੇ ਵੀ ਤੁਹਾਨੂੰ ਆਪਾਂ ਇੱਕ ਵਿਦਵਾਨ ਦੇ ਵਿਚਾਰ ਜੋ ਗਿਆਨੀ ਤਿੱਤ ਸਿੰਘ ਜੀ 1893 ਈਸਵੀ ਵਿੱਚ ਉਹਨਾਂ ਨੇ ਵਿਚਾਰ ਜਿਹੜੇ ਆ ਉਸ ਵੇਲੇ ਦੇ ਹਾਲਾਤਾਂ ਦੇ ਮੁਤਾਬਕ ਆਪਣੀਆਂ ਰਚਨਾਵਾਂ ਵਿੱਚ ਦਰਜ ਕੀਤੇ ਕਿ ਇਹ ਜੋ ਧਰਮ ਆ, ਸਿੱਖ ਧਰਮ, ਇਹ ਦੂਸਰਿਆਂ ਧਰਮਾਂ ਤੋਂ ਵੱਖਰਾ ਆ, ਪਰ ਇਸ ਨੂੰ ਪੂਰਾ ਜ਼ੋਰ ਲਾ ਕੇ ਦੂਸਰੇ ਧਰਮ ਵਿੱਚ ਰਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਧਰਮ ਗੁਰੂ ਨਾਨਕ ਪਾਤਸ਼ਾਹ ਨੇ ਵੱਖਰਾ ਧਰਮ ਚਲਾਇਆ ਸੀ। ਇਹਦੇ ਨਿਯਮ ਵੱਖਰੇ ਹਨ, ਇਹਦੇ ਸਿਧਾਂਤ ਵੱਖਰੇ ਹਨ। ਉਹਨਾਂ ਨੇ ਇਹ ਸਾਰੇ ਸੰਸਾਰ ਵਿੱਚ ਉਪਦੇਸ਼ ਦਿੱਤਾ ਕਿ ਉਹ ਅਕਾਲ ਪੁਰਖ ਇੱਕ ਹੈ ਔਰ ਇਹ ਜਿਹੜਾ ਸੰਸਾਰ ਆ, ਇਸ ਦੀ ਪਾਲਣਾ ਉਹ ਆਪ ਹੀ ਕਰ ਰਿਹਾ। ਸ੍ਰਿਸ਼ਟੀ ਦੀ ਰਚਨਾ ਉਸ ਨੇ ਹੀ ਕੀਤੀ ਹੈ, ਉਹੀ ਇਸ ਦਾ ਪਾਲਣਹਾਰ ਹੈ। ਅਤੇ ਜੋ ਜੀਵ ਇੱਥੇ ਆਏ ਹਨ ਉਹ ਉਸ ਦੇ ਹੀ ਬਣਾਏ ਹਨ। ਉਹਨਾਂ ਵਿੱਚ ਕੋਈ ਊਚ ਨੀਚ ਨਹੀਂ, ਜਾਤ ਪਾਤ ਦਾ ਭੇਦਭਾਵ ਨਹੀਂ। ਔਰ ਜੋ ਪੁਰਾਣੇ ਵੇਦ ਧਰਮ ਚੱਲ ਰਹੇ ਸਨ, ਉਹ ਆਪਣੀ ਆਪਣੀ ਪੂਜਾ ਕਰਾ ਰਹੇ ਸਨ। ਉਹਨਾਂ ਤੋਂ ਇਹ ਵੱਖਰਾ ਪੰਥ ਚਲਾ ਕੇ ਉਹਨਾਂ ਨੇ ਉਪਦੇਸ਼ ਕੀਤਾ ਕਿ ਉਸ ਪਰਮ ਪਿਤਾ ਪਰਮਾਤਮਾ ਦੀ ਬੰਦਗੀ, ਉਹਦੀ ਅਰਾਧਨਾ ਕਰਨਾ ਮਨੁੱਖਾ ਜੀਵਨ ਦਾ ਫਰਜ਼ ਬਣਦਾ। ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਇਹ ਉਪਰਾਲਾ ਕੀਤਾ ਕਿ ਉਸ ਕਰਤਾ ਪੁਰਖ, ਅਕਾਲ ਪੁਰਖ, ਜੋ ਇਸ ਸੰਸਾਰ ਦਾ ਮਾਲਕ ਆ, ਉਸੇ ਦੀ ਪੂਜਾ ਕਰੋ ਅਤੇ ਸੰਸਾਰ ਨੂੰ ਸਿੱਧੇ ਰਾਹ ਪਾਇਆ। ਔਰ ਅਖੀਰ ਵਿੱਚ ਉਹਨਾਂ ਨੇ ਆਪਣੇ ਜੀਵਨ ਵਿੱਚ ਰਹਿੰਦਿਆਂ ਜਦੋਂ ਉਹਨਾਂ ਨੇ ਤੱਕਿਆ ਕਿ ਹੁਣ ਜ਼ਿੰਮੇਵਾਰੀ ਅੱਗੋਂ ਹੋਰ ਸਰੀਰ ਵਿੱਚ ਰੱਖਣ ਦੀ ਜ਼ਰੂਰਤ ਹੈ, ਤਾਂ ਉਹਨਾਂ ਨੇ ਜੋ ਯੋਗ ਸਰੀਰ ਚੁਣਿਆ ਭਾਈ ਲਹਿਣਾ ਜੀ ਦਾ, ਉਸ ਸਰੀਰ ਨੂੰ ਦੂਸਰੇ ਨਾਨਕ ਗੁਰੂ ਅੰਗਦ ਦੇਵ ਜੀ ਦਾ ਨਾਮ ਦੇ ਕੇ ਦੂਸਰਾ ਨਾਨਕ ਔਰ ਨਾਮ ਰੱਖਿਆ ਗੁਰੂ ਅੰਗਦ ਦੇਵ ਜੀ। ਭਾਈ ਲਹਿਣਾ ਤੋਂ ਗੁਰੂ ਅੰਗਦ ਦੇਵ ਜੀ ਬਣੇ ਅਤੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ। ਉਹਨਾਂ ਨੇ ਇਸ ਬੀਜ ਨੂੰ ਪਾਣੀ ਦੇ ਕੇ ਪੌਦਾ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੇ ਜੋ ਗੁਰੂ ਨਾਨਕ ਦੇਵ ਜੀ ਦੀ ਉਚਾਰੀ ਹੋਈ ਬਾਣੀ, ਉਸ ਨੂੰ ਇੱਕ ਵੱਖਰੀ ਭਾਸ਼ਾ, ਕਿਉਂਕਿ ਜੋ ਧਰਮ ਹਨ ਉਹ ਆਪੋ ਆਪਣੀ ਭਾਸ਼ਾ ਦੇ ਹਿਸਾਬ ਨਾਲ ਉਹਨਾਂ ਦੇ ਜੋ ਵੇਦ ਸ਼ਾਸਤਰ, ਉਹਨਾਂ ਦੀਆਂ ਪਵਿੱਤਰ ਕਿਤਾਬਾਂ ਲਿਖੀਆਂ ਗਈਆਂ, ਉਹਨਾਂ ਦੀ ਭਾਸ਼ਾ ਦੇ ਅਨੁਸਾਰ ਸਨ।
ਅਤੇ ਉਹਨਾਂ ਨੇ ਜੋ ਜ਼ਿੰਮੇਵਾਰੀ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਬਖਸ਼ੀ, ਉਹਨਾਂ ਨੇ ਇਸ ਬਾਣੀ ਨੂੰ, ਜੋ ਗੁਰਮੁਖੀ ਲਿਪੀ ਚੱਲ ਰਹੀ ਸੀ, ਜੋ ਗੁਰੂ ਨਾਨਕ ਪਾਤਸ਼ਾਹ ਨੇ ਗੁਰਮੁਖੀ ਲਿਪੀ ਵਿੱਚ ਬਾਣੀ ਉਚਾਰੀ ਸੀ, ਉਸ ਨੂੰ ਇੱਕ ਵਰਨਮਾਲਾ, ਇੱਕ ਉਸ ਦੀ ਵੱਖਰੀ ਪਹਿਚਾਣ ਬਣਾਉਣ ਲਈ ਵੱਖਰੀ ਵਰਨਮਾਲਾ ਬਣਾਈ, ਜਿਸ ਨੂੰ 35 ਅੱਖਰਾਂ ਵਿੱਚ ਜੋੜ ਕੇ ਵੱਖਰੀ ਵਰਨਮਾਲਾ ਬਣਾ ਕੇ, ਔਰ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਗੁਰਮੁਖੀ ਲਿਪੀ ਵਿੱਚ ਜੋ ਉਚਾਰੀ ਗਈ ਸੀ, ਉਸੇ ਭਾਸ਼ਾ ਨੂੰ ਅੱਗੇ ਵਧਾਉਂਦੇ ਹੋਏ ਬਾਣੀ ਉਚਾਰੀ, ਅਤੇ ਉਸ ਬਾਣੀ ਨੂੰ ਦੀ ਵਰਨਮਾਲਾ ਨੂੰ ਵੀ ਵੱਖਰੀ ਪਹਿਚਾਣ ਦੇ ਕੇ ਦੂਸਰੀਆਂ ਭਾਸ਼ਾਵਾਂ ਨਾਲੋਂ ਵੱਖਰਾ ਕਰਨ ਦਾ ਉਪਰਾਲਾ ਕੀਤਾ। ਔਰ ਜਦੋਂ ਉਹਨਾਂ ਨੇ ਇਹ ਸੇਵਾ ਗੁਰੂ ਅਮਰਦਾਸ ਜੀ ਨੂੰ ਬਖਸ਼ੀ, ਅਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਸੇ ਉਪਰਾਲੇ ਨੂੰ, ਇਸ ਸਿੱਖ ਧਰਮ ਦੇ ਬੂਟੇ ਨੂੰ, ਜੋ ਕਿ ਜਿਸ ਦਾ ਵੰਗਾਰਾ ਗੁਰੂ ਅੰਗਦ ਪਾਤਸ਼ਾਹ ਜੀ ਨੇ ਵਰਨਮਾਲਾ ਦੇ ਰੂਪ ਵਿੱਚ, ਵੱਖਰਾ ਧਰਮ, ਵੱਖਰੀ ਭਾਸ਼ਾ ਦੇ ਰੂਪ ਵਿੱਚ ਉਸ ਸਿੱਖ ਧਰਮ ਦੇ ਬੀਜ ਨੂੰ, ਗੁਰੂ ਨਾਨਕ ਪਾਤਸ਼ਾਹ ਦੇ ਦਿੱਤੇ ਹੋਏ ਉਸ ਬੀਜ ਨੂੰ ਪੁੰਗਾਰਾ ਲਾ ਕੇ ਉਸ ਪੌਦੇ ਦਾ ਓਂਕਾਰ ਬਖਸ਼ਿਆ। ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਪਾਤਸ਼ਾਹ ਨੇ ਇਸ ਬੂਟੇ ਨੂੰ ਹੋਰ ਸਿੰਜਿਆ, ਅਤੇ ਇਸ ਦੀਆਂ ਟਹਿਣੀਆਂ, ਪੱਤਰੇ, ਪੱਤੇ ਅਤੇ ਪੌਦੇ ਦੇ ਰੂਪ ਵਿੱਚ ਖੜ੍ਹਾ ਕੀਤਾ। ਉਹਨਾਂ ਨੇ ਆਪਣੇ ਜੀਵਨ ਵਿੱਚ ਜਾਤ ਪਾਤ ਦਾ ਭੇਦ ਮਿਟਾਉਣ ਲਈ ਇੱਕ ਸੰਗਤ ਵਿੱਚ ਬੈਠ ਕੇ ਸਾਰੀ ਸੰਗਤ ਨੂੰ ਪ੍ਰਸ਼ਾਦਾ ਛਕਣ ਦਾ ਹੁਕਮ ਕੀਤਾ, ਕਿ ਇੱਕ ਪੰਗਤ ਵਿੱਚ ਲੰਗਰ ਛਕੋ, ਸਾਰੇ ਇਕੱਠੇ ਬੈਠ ਕੇ ਲੰਗਰ ਛਕੋ। ਕੋਈ ਉੱਚਾ ਨੀਵਾਂ ਨਹੀਂ, ਕੋਈ ਉੱਚੀ ਨੀਵੀਂ ਜਾਤ ਨਹੀਂ, ਇੱਕ ਪੰਗਤ ਵਿੱਚ ਸਾਰੇ ਇੱਕੋ ਜਿਹਾ ਪ੍ਰਸ਼ਾਦਾ ਛਕਣਗੇ। ਇਹ ਪੱਕਾ ਨਿਯਮ ਬਣਾਇਆ, ਇਸ ਨਿਯਮ ਨੂੰ ਪੂਰੀ ਤਰ੍ਹਾਂ ਨਿਭਾਇਆ, ਅਤੇ ਜੋ ਸੰਗਤ ਨੂੰ ਹੁਕਮ ਕੀਤਾ ਕਿ ਪਹਿਲਾਂ ਸੰਗਤ ਜੋ ਵੀ ਦਰਸ਼ਨਾਂ ਨੂੰ ਆਵੇ, ਇੱਕ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੇ, ਅਤੇ ਫਿਰ ਸਾਡੇ ਦਰਸ਼ਨਾਂ ਨੂੰ ਆਵੇ। ਦੂਸਰਾ, ਉਹਨਾਂ ਨੇ ਇੱਕ ਨਿਯਮ, ਸਾਰੀ ਉਮਰ ਉਹਨਾਂ ਨੇ ਆਪ ਮਿਹਨਤ ਕਰਕੇ ਔਰ ਉਸ ਦੀ ਆਪਣੀ ਕਮਾਈ ਦਾ ਪ੍ਰਸ਼ਾਦਾ ਛਕ ਕੇ ਸੰਗਤ ਦੇ ਪੈਸੇ ਨੂੰ ਸੰਗਤ ਦੇ ਉੱਪਰ ਦੇਣ ਲਾਉਣ ਲਈ ਜੋ ਉਹਨਾਂ ਨੇ ਪ੍ਰਣ ਕੀਤਾ, ਉਹਨੂੰ ਨਿਭਾਇਆ, ਅਤੇ ਸੰਗਤ ਦਾ ਪੈਸਾ ਸੰਗਤ ਦੇ ਉੱਤੇ ਲਾ ਕੇ ਇੱਕ ਨਿਯਮ ਸੰਗਤ ਨੂੰ ਬਖਸ਼ਿਆ। ਔਰ ਜਦੋਂ ਉਹਨਾਂ ਨੇ ਇੱਕ ਹੋਰ ਜੋ ਉਹਨਾਂ ਨੇ ਕਰਮ ਕੀਤਾ, ਕਿ ਉਹਨਾਂ ਨੇ ਆਪਣੀ ਬੱਚੀ ਦਾ ਜੋ ਵਿਆਹੁਣਯੋਗ ਸੀ, ਆਪਣੇ ਮਹਿਲਾਂ, ਉਹਨਾਂ ਦੇ ਮਹਿਲਾਂ ਨੇ ਜਦੋਂ ਉਹਨਾਂ ਨੂੰ ਬੇਨਤੀ ਕੀਤੀ ਕਿ ਬੱਚੀ ਵਿਆਹੁਣਯੋਗ ਆ, ਅਤੇ ਇਸ ਦਾ ਹੁਣ ਸਾਨੂੰ ਵਿਆਹ ਰਚਾਉਣਾ ਚਾਹੀਦਾ, ਉਹਨਾਂ ਨੇ ਹੁਕਮ ਕੀਤਾ ਕਿ ਤੁਸੀਂ ਕੋਈ ਰਿਸ਼ਤਾ ਲੱਭ ਲਓ, ਅਤੇ ਇਹ ਕਰਮ ਜਿਹੜਾ ਨੇਪਰੇ ਚੜ੍ਹ ਸਕੇ। ਜਦੋਂ ਮਾਤਾ ਜੀ ਨੇ ਇੱਕ ਸਿੱਖ ਨੂੰ ਕਿਹਾ ਕਿ ਕੋਈ ਜੋਗ ਬਾਰ ਸਾਡੀ ਬੇਟੀ ਵਾਸਤੇ
ਤੁਸੀਂ ਦੇਖਣਾ। ਤੇ ਜਦੋਂ ਉਹ ਸਿੱਖ ਜਾ ਰਿਹਾ ਸੀ, ਪਿੱਛੋਂ ਆਵਾਜ਼ ਮਾਰੀ ਕਿ ਇਸ ਗੱਲ ਨੂੰ ਯਾਦ ਰੱਖਣਾ, ਯੋਗ ਵਾਰ ਦੇਖਣਾ। ਉਹ ਸਿੱਖ ਨੇ ਪੁੱਛਿਆ ਕਿ ਜਿਹੜਾ ਵਾਰਿਆ ਬੇਟੀ ਦਾ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਅਤੇ ਮਾਤਾ ਜੀ ਨੇ, ਜੋ ਉਸ ਵੇਲੇ ਰਾਮਦਾਸ ਜੀ ਘੁੰਗਣੀਆਂ ਵੇਚ ਰਹੇ ਸਨ, ਉਹਨਾਂ ਵੱਲ ਇਸ਼ਾਰਾ ਕੀਤਾ ਕਿ ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਬਸ ਗੁਰੂ ਅਮਰਦਾਸ ਜੀ ਜਦੋਂ ਇਹ ਵਚਨ ਸੁਣਦੇ ਆ ਤਾਂ ਉਹ ਸਿੱਖ ਨੂੰ ਆਵਾਜ਼ ਮਾਰਦੇ ਆ ਕਿ ਇਸ ਵਰਗਾ ਤਾਂ ਇਹੀ ਹੋ ਸਕਦਾ। ਇਹ ਵੀ ਭੇਦ ਮਿਟਾਇਆ ਔਰ ਸਿੱਖਾਂ ਨੂੰ ਇਹ ਇੱਕ ਉਪਦੇਸ਼ ਵੀ ਦਿੱਤਾ ਕਿ ਜੋ ਬੱਚੀ ਦੇ ਸੰਜੋਗ ਹਨ, ਉਹ ਜਿਹਾ ਵਰ ਪਰਮਾਤਮਾ ਵੱਲੋਂ ਜੋ ਲਿਖਿਆ ਹੈ ਉਸ ਨੂੰ ਮਿਲਣਾ ਹੈ। ਅਤੇ ਪਰਮਾਤਮਾ ਦੇ ਦਿੱਤੇ ਹੋਏ ਵਰ 'ਤੇ ਭਰੋਸਾ ਕਰਨਾ ਚਾਹੀਦਾ ਹੈ। ਪਰਿਵਾਰਾਂ ਨੂੰ ਇਹ ਮੰਨਣਾ ਚਾਹੀਦਾ ਹੈ। ਜਦੋਂ ਅਸੀਂ ਬੱਚੇ ਦੇ ਰਿਸ਼ਤੇ ਵਾਸਤੇ ਗੱਲ ਚਲਾਉਂਦੇ ਹਾਂ, ਕਰਦੇ ਹਾਂ, ਅਤੇ ਉਹ ਜੋ ਪਰਮਾਤਮਾ ਦੀ ਰਜ਼ਾ ਅਨੁਸਾਰ ਵਿਆਹ ਹੋ ਜਾਂਦਾ ਅਤੇ ਫਿਰ ਉਸ ਨੂੰ ਉਹਦਾ ਭਾਣਾ ਵੀ ਮੰਨਣਾ ਚਾਹੀਦਾ, ਉਸ ਨੂੰ ਨਿਭਾਉਣਾ ਵੀ ਚਾਹੀਦਾ, ਜੋ ਕਿ ਅੱਜ ਕੱਲ੍ਹ ਇਹ ਬੜਾ ਔਖਾ ਪੈਂਡਾ ਬਣਿਆ ਬੈਠਾ ਹੈ ਔਰ ਕਈ ਤਰ੍ਹਾਂ ਦੇ ਕਰਮ ਕਾਂਡਾਂ ਵਿੱਚ ਫਸੇ ਬੈਠੇ ਹਨ। ਇਹ ਜੋ ਉਪਦੇਸ਼ ਗੁਰੂ ਪਾਤਸ਼ਾਹ ਜੀ ਨੇ ਦਿੱਤੇ ਉਹ ਕਰਕੇ ਵੀ ਵਿਖਾਏ। ਉਹਨਾਂ ਨੇ ਸਿੱਖ ਨੂੰ ਆਵਾਜ਼ ਮਾਰੀ ਕਿ ਉਸ ਬੱਚੇ ਨੂੰ ਆਵਾਜ਼ ਮਾਰੋ, ਔਰ ਜਦੋਂ ਉਸ ਬੱਚੇ ਨੂੰ ਬੁਲਾਇਆ ਗਿਆ, ਉਸ ਦਾ ਨਾਮ ਪੁੱਛਿਆ ਗਿਆ, ਉਸ ਬੱਚੇ ਨੇ ਕਿਹਾ ਕਿ ਮੇਰਾ ਨਾਮ ਰਾਮਦਾਸ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉੱਥੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਕਿ ਹੈ ਅਕਾਲ ਪੁਰਖ, ਤੂੰ ਮੇਰੀ ਲਾਜ ਰੱਖ ਲਈ ਆ। ਮੇਰੀ ਬੱਚੀ ਦੇ ਲਈ ਜੋ ਜੋਗ ਵਰ ਹੈ ਉਹ ਰਾਮਦਾਸ ਉਸ ਪਰਮਾਤਮਾ ਦਾ ਦਾਸ ਹੈ। ਇਹੋ ਜਿਹਾ ਵਰ ਹੀ ਮੇਰੀ ਬੱਚੀ ਨੂੰ ਚਾਹੀਦਾ ਸੀ ਔਰ ਉਹ ਜੋਗ ਵਰ ਮੇਰੀ ਬੱਚੀ ਨੂੰ ਮਿਲ ਗਿਆ। ਤੂੰ ਮੇਰੀ ਇੱਜ਼ਤ ਰੱਖ ਲਈ ਆ। ਮੈਨੂੰ ਲੋਕਾਂ ਵਿੱਚ ਸ਼ਰਮਸ਼ਾਰ ਨਹੀਂ ਹੋਣਾ ਪਵੇਗਾ, ਕਿਉਂਕਿ ਇਹ ਬੱਚਾ ਤੇਰਾ ਦਾਸ ਹੈ। ਪਰਮ ਪਿਤਾ ਪਰਮਾਤਮਾ, ਇਹਦਾ ਨਾਮ ਵੀ ਰਾਮਦਾਸ ਹੈ। ਔਰ ਉਸ ਨਾਲ ਆਪਣੀ ਬੱਚੀ ਦਾ ਜੋ ਵਿਆਹ ਕਾਰਜ ਸੀ ਸੰਪੂਰਨ ਕੀਤਾ ਔਰ ਉਸ ਬੱਚੇ ਨੇ ਵੀ ਆਪਣਾ ਪੂਰਾ ਫਰਜ਼ ਨਿਭਾਉਂਦੇ ਹੋਏ ਨਿਮਾਣਾ ਹੋ ਕੇ ਉਸ ਗੁਰੂ ਘਰ ਦੀ ਸੇਵਾ ਕੀਤੀ ਅਤੇ ਆਪਣਾ ਫਰਜ਼ ਨਿਭਾਉਂਦੇ ਹੋਏ ਅੱਗੋਂ ਗੁਰਿਆਈ ਹਾਸਲ ਕੀਤੀ। ਜਦ ਗੁਰੂ ਅਮਰਦਾਸ ਜੀ ਦਾ ਅੰਤਮ ਸਮਾਂ ਜਦੋਂ ਉਹਨਾਂ ਜਾਣਿਆ ਸਾਡਾ ਆ ਰਿਹਾ, ਉਸ ਵੇਲੇ ਜੋ ਉਹਨਾਂ ਨੇ ਉਪਦੇਸ਼ ਦਿੱਤੇ ਕਿ ਜੋ ਸਾਡੇ ਜਾਣ ਤੋਂ ਬਾਅਦ ਜੋ ਪਹਿਲਾਂ ਕਰਮ ਕਾਂਡ ਚੱਲ ਰਹੇ ਹਨ ਉਹ ਨਹੀਂ ਕਰਨੇ। ਤੁਸੀਂ ਜੋ ਹੁਣ ਤੁਹਾਨੂੰ ਅਸੀਂ ਦੱਸ ਰਹੇ ਹਾਂ ਉਹ ਕਰਮ ਕਾਂਡ ਕਰਨੇ ਹਨ। ਉਹ ਜੋ ਵਿਦਵਾਨ ਗਿਆਨੀ ਜਿੱਤ ਸਿੰਘ ਜੀ ਸਨ, ਉਹਨਾਂ ਨੇ ਆਪਣੀ ਰਚਨਾ ਨਕਲੀ ਸਿੱਖ ਪ੍ਰਬੋਧ ਵਿੱਚ ਲਿਖੇ ਹਨ। ਉਹ ਅੱਗੇ ਇੱਕ ਕੈਸਟ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੇ ਕਰ ਚੁੱਕਾ। 4 ਪੌੜੀਆਂ ਉਹਦੇ ਵਿੱਚ ਆਪਾਂ ਸਾਂਝੀਆਂ ਕਰ ਚੁੱਕੇ ਹਾਂ। ਅੱਜ 5ਵੀਂ ਪੌੜੀ। ਔਰ ਜੋ ਉਹਨਾਂ ਨੇ ਅਖੀਰ ਵੇਲੇ ਦੇ ਕਰਮ ਹਨ, ਉਹ ਜੋ ਸਿੱਖਾਂ ਨੂੰ ਕਰਨੇ ਚਾਹੀਦੇ ਹਨ ਅਤੇ ਸਿੱਖ ਧਰਮ ਦੇ ਇਹ ਨਿਯਮ ਦੂਸਰਿਆਂ ਧਰਮਾਂ ਨਾਲੋਂ ਅਲੱਗ ਹਨ।
ਇੱਕ ਹੋਰ ਕਦਮ ਅੱਗੇ ਇਸ ਧਰਮ ਨੂੰ ਦੂਸਰਿਆਂ ਧਰਮਾਂ ਨਾਲੋਂ ਵੱਖਰਾ ਕਰਨ ਲਈ ਯੋਗ ਕਦਮ ਚੁੱਕਿਆ ਅਤੇ ਆਪਣੇ ਸਿੱਖਾਂ ਨੂੰ ਹੁਕਮ ਕੀਤਾ ਕਿ ਪੁਰਾਣੇ ਕਰਮ ਕਾਂਡ ਛੱਡ ਕੇ ਅੱਜ ਤੋਂ ਤੁਸੀਂ ਇਹ ਕਰਮ ਜੋ ਹਨ ਇਹ ਮੇਰੇ ਜਾਣ ਉਪਰੰਤ ਕਰਨੇ ਹਨ। ਅਤੇ ਇਸੇ ਤਰ੍ਹਾਂ ਹੀ ਤੁਸੀਂ ਵੀ ਜੇ ਕੋਈ ਕਿਸੇ ਦਾ ਦੇਹਾਂਤ ਹੋ ਜਾਂਦਾ ਅਤੇ ਉਹਦੇ ਉੱਤੇ ਜੋ ਕਰਮ ਕਾਂਡ ਕਰਨੇ ਹਨ ਉਹ ਇਹੀ ਕਰਨਯੋਗ ਹਨ। ਉਸ ਪਰਮਾਤਮਾ ਦੀ ਬੰਦਗੀ ਕਰਨੀ ਹੈ, ਉਸੇ ਨੂੰ ਅਪਣਾਉਣਾ ਹੈ। ਇਹ ਹੁਕਮ ਕਰਦੇ ਹੋਏ ਉਹਨਾਂ ਨੇ ਇਸ ਬੂਟੇ ਨੂੰ ਹੋਰ ਵੱਡਾ ਕੀਤਾ ਅਤੇ ਇਸ ਸਿੱਖ ਧਰਮ ਨੂੰ ਦੂਜਿਆਂ ਧਰਮਾਂ ਨਾਲੋਂ ਅਲੱਗ ਕਰਨ ਲਈ ਵੱਖਰਾ ਇੱਕ ਹੋਰ ਕਦਮ ਚੱਕਿਆ। ਇਸ ਦੀ ਅੱਜ 5ਵੀਂ ਪੌੜੀ ਤੋਂ ਆਪਾਂ ਸ਼ੁਰੂ ਕਰਦੇ ਹਾਂ, ਜੋ ਇਹ ਰਾਮ ਕਲੀ ਸਾਧ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਔਰ ਇਹ ਬਾਣੀ ਭਾਈ ਸੁੰਦਰ ਜੀ ਨੇ ਗੁਰੂ ਅਮਰਦਾਸ ਜੀ ਤੋਂ ਸੁਣੀ ਔਰ ਉਹ ਬਾਣੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ। ਉਹ ਸਿਧਾਂਤ ਸਿੱਖਾਂ ਨੂੰ ਮੰਨਣ ਲਈ ਉਪਦੇਸ਼ ਦਿੱਤਾ। ਪੌੜੀ। ਅੰਤੈ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਕੇਸੋਂ ਗੋਪਾਲ ਪੰਡਤ ਸਦਿਓ, ਹਰ ਹਰ ਕਥਾ ਪੜ੍ਹੈ ਪੁਰਾਣ ਜੀਓ। ਹਰ ਕਥਾ ਪੜ੍ਹੀਐ ਹਰ ਨਾਮ ਸੁਣੀਐ, ਬੇਬਾਣ ਹਰ ਰੰਗ ਗੁਰ ਭਾਵੈ। ਪਿੰਡ ਪਤਲ ਕਿਰਿਆ ਦੀਵਾ, ਫੁੱਲ ਹਰ ਸਰ ਪਾਵੈ। ਹਰ ਭਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਓ। ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਹਰ ਭਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਓ। ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਵਾਹਿਗੁਰੂ। ਇਸ 5ਵੀਂ ਪੌੜੀ ਵਿੱਚ ਗੁਰੂ ਜੀ ਨੇ ਆਪਣਾ ਸਾਰਾ ਵਿਵਹਾਰ ਦੱਸ ਦਿੱਤਾ ਕਿ ਤੁਸੀਂ ਕੋਈ ਪ੍ਰੇਤ ਕਿਰਿਆ ਨਹੀਂ ਕਰਨੀ, ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਜਿਸ ਪੰਥ ਦੀ ਨੀਂਹ ਰੱਖੀ ਹੈ ਸੋ ਇਹ ਉਸ ਦਾ ਧਰਮ ਨਹੀਂ ਹੈ। ਕੋਈ ਪ੍ਰੇਤ ਕਿਰਿਆ, ਪੁਰਾਣੀਆਂ ਕਿਰਿਆ ਨਹੀਂ ਕਰਨੀਆਂ, ਕਿਉਂਕਿ ਇਹ ਪੁਰਾਣਾ ਧਰਮ ਨਹੀਂ। ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਸ ਧਰਮ ਦੀ ਨੀਂਹ ਰੱਖੀ ਆ, ਇਹ ਇੱਕ ਵੱਖਰਾ ਧਰਮ ਹੈ। ਇਸ ਦੇ ਵਿੱਚ ਪੁਰਾਣੇ ਕਰਮ ਕਾਂਡਾਂ ਨਾਲ ਕੋਈ ਸਾਂਝ ਨਹੀਂ ਰੱਖਣੀ। ਜੋ ਨੀਂਹ ਜਿਸ ਧਰਮ ਦੀ ਗੁਰੂ ਨਾਨਕ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੇ ਰੱਖੀ, ਉਸ ਨੂੰ ਅੱਗੇ ਤੋਰਦੇ ਹੋਏ ਉਹਨਾਂ ਨੇ ਕਿਹਾ, ਪਰੰਤੂ ਉਸ ਵਾਸਤੇ ਜੋ ਕਿਰਿਆ ਕਰਨ ਯੋਗ ਹਨ ਉਹ ਇਸ ਰਾਮਕਲੀ ਬਾਣੀ, ਰਾਮਕਲੀ ਸੱਧ ਬਾਣੀ ਵਿੱਚ ਤੀਸਰੇ ਨਾਨਕ ਗੁਰੂ ਅਮਰਦਾਸ ਜੀ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਤੁਸੀਂ ਆਹ ਕਰਮ ਕਰਨੇ ਹਨ। ਉਹਨਾਂ ਨੇ ਕਿਹਾ ਕਿ ਜੋ ਮੈਂ ਦੱਸਦਾ ਹਾਂ, ਇਸ ਵਾਸਤੇ ਗੁਰੂ ਜੀ ਨੇ ਜੋ ਕਿਰਿਆ ਆਪਣੇ ਲਈ ਦੱਸੀ ਸੋ ਇਹ ਹੈ ਕਿ ਤੁਸੀਂ ਸਾਡੇ ਪਿੱਛੇ ਨਿਰਵਾਣ ਜੋ ਪਰਮਾਤਮਾ ਹੈ ਉਸ ਦਾ ਕੀਰਤਨ ਅਰਥਾਤ ਜਸ ਕਰਨਾ। ਕਿਸੇ ਢੋਲਕ ਪਕੜ ਕੇ ਕਿਸੇ ਦੇਹਧਾਰੀ ਦੇ ਚਬੋਲੇ ਨਾ ਗਾਉਣ ਲੱਗ ਪੈਣਾ ਅਤੇ ਚੰਨੂ ਜਾਂ ਦੋਧਾ ਮਿਸਰ ਸੱਦ ਕੇ ਗਰੜ ਪੁਰਾਣ ਦੀ ਕਥਾ ਨਾ ਕਰਨ ਲੱਗ ਜਾਣਾ। ਤੁਸੀਂ ਕੇਸੋ ਗੋਪਾਲ ਜੋ ਪਰਮਾਤਮਾ ਦੇ ਨਾਮ ਹਨ, ਅਰਥਾਤ ਪਰਮਾਤਮਾ ਕੇਸੋ ਗੋਪਾਲ ਅਰਥਾਤ ਪਰਮਾਤਮਾ ਰੂਪੀ ਪੰਡਤ ਨੂੰ, ਉਸ ਪਰਮਾਤਮਾ ਨੂੰ ਸੱਦਣਾ। ਉਹੀ ਅਸਲ ਆਰਾਧਨਾ ਹੈ, ਉਹੀ ਸਰਬੱਗ ਹੈ। ਉਸ ਪਰਮਾਤਮਾ ਦੀ ਆਰਾਧਨਾ ਕਰਨੀ,
ਅਤੇ ਅਕਾਲ ਪੁਰਖ ਦੇ ਕਥਨ ਦੀ ਕਥਾ ਦਾ ਹੀ ਪੁਰਾਣ ਪੜ੍ਹਨਾ ਅਤੇ ਉਸੇ ਨੂੰ ਸੁਣਨਾ। ਇਸ ਤੋਂ ਬਿਨਾਂ ਹੋਰ ਕੋਈ ਪੁਰਾਣ ਨਾ ਖੋਲ੍ਹਣਾ। ਫਿਰ ਜਗਤ ਵਿੱਚ ਇਹ ਮਰਿਆਦਾ ਜੋ ਬੁੱਢਿਆਂ ਦਾ ਵਿਵਾਨ ਕੱਢਦੇ ਹਨ, ਸੋ ਤੁਸੀਂ ਇਹ ਵਿਵਾਨ ਨਾ ਕੱਢਿਓ। ਸਾਡਾ ਵਿਵਾਨ ਪਰਮਾਤਮਾ ਦਾ ਰੰਗਣਾ ਹੈ ਜੋ ਸਾਨੂੰ ਭਾਉਂਦਾ ਹੈ, ਅਤੇ ਇਹੋ ਹਰ ਦੇ ਰੰਗ ਦੀ ਪ੍ਰੀਤੀ ਮੇਰਾ ਪਿੰਡ ਪੱਤਲ ਕਿਰਿਆ ਅਤੇ ਦੀਵਾ ਹੈ। ਇਸ ਤੋਂ ਬਿਨਾਂ ਮੇਰੇ ਵਾਸਤੇ ਹੋਰ ਕੋਈ ਪਿੰਡ ਪੱਤਲ ਦੀਵਾ ਜਾਂ ਕਿਰਿਆ ਆਦਿਕ ਨਾ ਕਰਨੇ, ਅਤੇ ਇਹੋ ਕਰਨੇ ਜੋ ਮੈਂ ਕਥਨ ਕੀਤੇ ਹਨ। ਔਰ ਗੁਰਬਾਣੀ ਵਿੱਚ ਇਸ ਬਾਰੇ ਹੋਰ ਵੀ ਪ੍ਰਮਾਣ ਮਿਲਦੇ ਹਨ। ਉਹ ਆਦਿ ਗੁਰੂ ਜੀ ਨੇ ਕਥਨ ਕੀਤੇ ਹਨ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣੋ ਸਿੱਖਿਆ, ਚੂਕਾ ਜਮ ਸਿਉ ਮੇਲ। ਲੋਕਾਂ ਮਤ ਕੋ ਫੱਕੜ ਪਾਏ, ਲੱਖ ਮੜੀਆਂ ਕਰ ਏਕਠੇ, ਏਕ ਰਤੀ ਲੈ ਭਾਏ। ਰਹਾਉ ਪਿੰਡ ਪੱਤਲ ਮੇਰੀ ਕੇਸੋ ਕਿਰਿਆ, ਸਚ ਨਾਮ ਕਰਤਾਰ, ਐਥੇ ਓਥੇ ਆਗੇ ਪਾਛੈ, ਇਹ ਮੇਰਾ ਆਧਾਰ। ਗੰਗ ਬਨਾਰਸ ਸਿਫਤ ਤੁਮਾਰੀ, ਨਾਮੈ ਆਤਮ ਰਾਓ, ਸੱਚਾ ਨਾਮਣ ਤਾਂ ਥੀਏ, ਜਾਂ ਅਹਨਸ ਲਾਗੈ ਭਾਉ। ਇੱਕ ਲੋਕੀ ਹੋਰ ਸ਼ਮਸ਼ਰੀ, ਬ੍ਰਾਹਮਣ ਵਟ ਪਿੰਡ ਖਾਏ। ਨਾਨਕ ਪਿੰਡ ਬਖਸ਼ੀਸ ਕਾ, ਕਬ ਹੋਂ ਨਿਖੁੱਟਸ ਨਾ ਹੈ। ਜੋ ਇਹ ਬਾਣੀ ਪੰਨਾ 358 'ਤੇ ਦਰਜ ਹੈ ਕਿ ਭਾਈ ਤੁਸੀਂ ਸੁਣਿਆ ਜੋ ਆਦਿ ਗੁਰੂ ਜੀ ਨੇ ਵੀ ਇਹੀ ਕਥਨ ਕੀਤਾ ਹੈ ਕਿ ਮੇਰਾ ਪਿੰਡ ਪੱਤਲ ਕੇਸੋ ਅਰਥਾਤ ਪਰਮਾਤਮਾ ਹੈ, ਅਤੇ ਉਹ ਮੇਰੀ ਕਿਰਿਆ ਹੈ। ਇਸ ਵਾਸਤੇ ਇੱਥੇ ਕੇਸ਼ੋ ਅਤੇ ਗੋਪਾਲ ਕਿਸੇ ਪੁਰਖ ਦਾ ਨਾਮ ਨਹੀਂ ਹੈ। ਅਤੇ ਤੁਸੀਂ ਸ੍ਰੀ ਗੁਰੂ ਅਮਰਦਾਸ ਜੀ ਦੇ ਇਹ ਜੋ ਕਥਨ ਕੀਤਾ ਹੈ, ਸਾਡੇ ਵਾਸਤੇ ਸਭ ਪਿਛਲਾ ਸਾਧਨ ਅਕਾਲ ਪੁਰਖ ਹੀ ਹੈ। ਸਾਡੇ ਫੁੱਲ ਚੁੱਕ ਕੇ ਕਿਸੇ ਖਾਸ ਨਦੀ ਵਿੱਚ ਜੋ ਜਲ ਦਾ ਪ੍ਰਵਾਹ ਹੈ ਨਾ ਸਿੱਟਣੇ, ਪਰੰਤੂ ਇਸ ਨੂੰ ਚਾਹੇ ਜ਼ਮੀਨ ਵਿੱਚ ਦਬਾ ਦਿਓ। ਇਹ ਉਪਦੇਸ਼ ਉਹਨਾਂ ਨੇ ਕੀਤੇ ਕਿ ਸਾਡੇ ਵਾਸਤੇ ਇਹ ਜੋ ਫੁੱਲ ਚੁਗਦੇ ਹਨ, ਇਹੋ ਜਿਹੇ ਕਰਮ ਨਹੀਂ ਕਰਨੇ, ਨਾ ਇਹਨਾਂ ਨੂੰ ਕਿਸੇ ਜਲ ਦੇ ਵਿੱਚ ਪਰਵਾਰ ਕਰਨ ਲਈ ਲੈ ਕੇ ਜਾਣਾ। ਅਤੇ ਇਹ ਉਪਦੇਸ਼ ਕੀਤਾ ਕਿ ਗੁਰੂ ਰਾਮਦਾਸ ਜੀ, ਹੁਣ ਤੁਹਾਨੂੰ ਅਸੀਂ ਇਹਨਾਂ ਦੇ ਲੜ ਲਾ ਚੱਲੇ ਹਾਂ, ਇਹ ਹੁਣ ਅਗਲੀ ਜ਼ਿੰਮੇਵਾਰੀ ਇਹ ਨਿਭਾਉਣਗੇ। ਇਹਨਾਂ ਨੂੰ ਤੁਸੀਂ ਆਪਣਾ ਗੁਰੂ ਮੰਨਣਾ ਹੈ। ਗੁਰੂ ਪਦ ਦੀ ਪਦਵੀ ਇਹਨਾਂ ਕੋਲ ਹੈ, ਅਤੇ ਇਹ ਸਾਰੇ ਉਪਦੇਸ਼ ਦੇ ਕੇ ਉਹਨਾਂ ਨੇ ਜੋ ਵੱਖਰਾ ਸਿਧਾਂਤ, ਵੱਖਰਾ ਪੰਥ ਗੁਰੂ ਨਾਨਕ ਨੇ ਚਲਾਇਆ ਸੀ, ਉਸ ਨੂੰ ਅੱਗੇ ਤੋਰਿਆ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਉਪਦੇਸ਼ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਸਿੱਖਾਂ ਨੂੰ ਦਿੱਤੇ, ਅਤੇ ਸਾਡਾ ਫਰਜ਼ ਬਣਦਾ ਕਿ ਅਸੀਂ ਇਸ ਨੂੰ ਉਪਦੇਸ਼ ਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ੍ਹ ਕੇ ਮੰਨ ਕੇ ਆਪਣਾ ਜੀਵਨ ਸਫਲ ਕਰੀਏ। ਹੋਈਆਂ ਭੁੱਲਾਂ ਦੀ ਖਿਮਾ। ਅੱਗੇ ਹੋਰ ਜੋ ਇਸ ਵੱਖਰੇ ਪੰਥ ਵਾਸਤੇ 1893 ਵਿੱਚ ਉਸ ਵੇਲੇ ਦੇ ਹਾਲਾਤਾਂ ਮੁਤਾਬਕ ਗਿਆਨੀ ਦਿੱਤ ਸਿੰਘ ਜੀ ਨੇ ਵਿਚਾਰ ਪੇਸ਼ ਕੀਤੇ, ਉਹ ਸੰਗਤ ਨਾਲ ਸਾਂਝੇ ਕਰਾਂਗੇ। ਇਹ ਦੂਸਰੇ ਵਾਰ ਆਪਾਂ ਇਹ ਤੁਹਾਡੇ ਨਾਲ ਉਹਨਾਂ ਦੇ ਵਿਚਾਰ ਸਾਂਝੇ ਕਰ ਰਹੇ ਹਾਂ। ਚੰਗੇ ਲੱਗਣ ਤਾਂ ਲਾਈਕ, ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ, ਔਰ ਇਸ ਤੋਂ ਅੱਗੇ ਕੋਈ ਹੋਰ ਵੀ ਸੰਗਤ
ਸੁਣ ਕੇ ਲਾਹਾ ਲੈ ਸਕੇ। ਇਹੋ ਮਨੋਰਥ ਸਾਡਾ, ਮੇਰਾ ਖਾਸ ਇਹੀ ਮਨੋਰਥ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਜੋ ਸਿਧਾਂਤ, ਜੋ ਇਹ ਵੱਖਰਾ ਧਰਮ ਗੁਰੂ ਨਾਨਕ ਪਾਤਸ਼ਾਹ ਨੇ ਵੱਖਰਾ ਪੰਥ ਚਲਾਇਆ, ਉਸ ਦੇ ਸਿਧਾਂਤਾਂ ਨੂੰ ਮੰਨਦੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਗੁਰੂ ਗ੍ਰੰਥ ਸਾਹਿਬ ਦੇ ਦਿੱਤੇ ਸਿਧਾਂਤਾਂ ਅਨੁਸਾਰ ਜੀਵਨ ਬਸਰ ਕਰਕੇ ਆਪਣਾ ਜੀਵਨ ਸਫਲ ਕਰ ਸਕੀਏ। ਜੋ ਪੰਜਵੀਂ ਪੌੜੀ ਵਿੱਚ ਗੁਰੂ ਅਮਰਦਾਸ ਜੀ ਦੀ ਨੇ ਬਾਣੀ ਦਾ ਉਪਦੇਸ਼ ਦਿੱਤਾ, ਜੋ ਬਾਬਾ ਸੁੰਦਰ ਜੀ ਨੇ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਇਹ ਉਹਨਾਂ ਦਾ ਅਖੀਰਲਾ ਉਪਦੇਸ਼ ਸੁਣਾਇਆ। ਔਰ ਇਸ ਦਾ ਜੋ ਗੁਰੂ ਨਾਨਕ ਪਾਤਸ਼ਾਹ ਨੇ ਉਪਦੇਸ਼ ਕੀਤਾ ਉਹਦੇ ਨਾਲ ਪੂਰਾ ਮੇਲ ਹੈ। ਇਹ ਬਾਣੀ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੇ ਨਾਲ ਪੂਰਾ ਮੇਲ ਖਾਂਦੀ ਹੈ, ਜਿਸ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਅੰਗ ਨੰਬਰ 348 ਉੱਪਰ ਉਹਨਾਂ ਦੀ ਬਾਣੀ ਦਰਜ ਹੈ, ਜੋ ਫਰਮਾ ਰਹੇ ਹਨ ਕਿ ਮੇਰਾ ਜਿਹੜਾ ਇਹ ਜੋ ਅੰਤ ਵੇਲੇ ਦੀਵਾ ਬਾਲਦੇ ਹਨ, ਪੱਤਲ ਕਿਰਿਆ ਕਰਦੇ ਹਨ, ਉਸ ਵਿੱਚ ਜਿਹੜਾ ਤੇਲ ਪਾਉਂਦੇ ਹਨ, ਇਹ ਸਾਰਾ ਕੁਛ ਉਸ ਪਰਮਾਤਮਾ ਦੀ ਬੰਦਗੀ, ਉਹੀ ਸਾਰਾ ਕੁਛ ਅਕਾਲ ਪੁਰਖ ਦਾ ਹੀ ਇਹ ਖੇਲ ਹੈ, ਉਹੀ ਪਰਮਾਤਮਾ ਦੀ ਬੰਦਗੀ ਹੀ ਇਹ ਮੇਰਾ ਅਖੀਰਲਾ ਕਰਮ ਕਾਂਡ ਹੈ। ਭਾਵੇਂ ਲੋਕ ਇਹ ਮੇਰਾ ਮਖੌਲ ਉਡਾਉਣ ਜਾਂ ਜੋ ਕੁਝ ਮਰਜ਼ੀ ਕਹਿਣ, ਪਰ ਮੇਰੇ ਵਾਸਤੇ ਉਸ ਅਕਾਲ ਪੁਰਖ ਦੀ ਬੰਦਗੀ ਹੀ ਕਰਨੀ ਹੈ। ਅਖੀਰ ਦੇ ਸਮੇਂ ਉਹ ਮੇਰੇ ਅਖੀਰਲੇ ਜੋ ਕਰਮ ਕਾਂਡ ਹਨ, ਉਹ ਪਰਮਾਤਮਾ ਦੀ ਬੰਦਗੀ ਹੀ ਹੈ। ਭਾਵੇਂ ਜਿੰਨੀ ਮਰਜ਼ੀ ਲੱਕੜ ਨੂੰ ਇਕੱਠਾ ਕਰ ਲਓ ਅਤੇ ਉਸ ਨੂੰ ਸਾੜਨ ਵਾਸਤੇ ਇੱਕ ਤੀਲੀ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਲੱਖਾਂ ਪਾਪ ਜਿਹੜੇ ਆ ਉਹ ਪਰਮਾਤਮਾ ਦੇ ਨਾਮ ਨਾਲ ਸੜ ਕੇ ਸੁਆਹ ਹੋ ਜਾਂਦੇ ਹਨ। ਅਤੇ ਜੋ ਜਿਹੜੀ ਪੱਤਲ ਕੇਸੋ ਕਿਰਿਆ ਜਿਹੜਾ ਅਤੇ ਗੰਗਾ ਦੇ ਇਸ਼ਨਾਨ ਕਰਨੇ, ਤੀਰਥਾਂ ਦੇ ਇਸ਼ਨਾਨ ਕਰਨੇ, ਮੇਰੇ ਵਾਸਤੇ ਉਸ ਸੱਚ ਨਾਮ ਦਾ ਕਰਤਾ, ਸੱਚਾ ਨਾਮ ਉਸ ਕਰਤਾਰ ਦਾ ਨਾਮ ਆ, ਉਹਦੀ ਸਿਫਤ ਸਲਾਈ ਮੇਰੇ ਵਾਸਤੇ ਇਹ ਸਾਰੀਆਂ ਕਿਰਿਆਵਾਂ ਹਨ। ਅਤੇ ਉਸੇ ਦੇ ਨਾਮ ਦੇ ਵਿੱਚ ਹੀ ਮੈਂ ਸਾਰੇ ਤੀਰਥ ਇਸ਼ਨਾਨ ਕਰਦਾ ਹਾਂ। ਇਹ ਜੋ ਬ੍ਰਾਹਮਣਾਂ ਵਾਲੇ ਕਰਮ ਕਾਂਡ ਹਨ, ਇਹਨਾਂ ਨੂੰ ਮੈਂ ਛੱਡ ਕੇ ਉਸ ਪਰਮਾਤਮਾ ਦੀ ਬੰਦਗੀ ਕਰਕੇ ਆਪਣਾ ਜਨਮ ਸਫਲਾ ਕਰਨਾ, ਇਹੀ ਉਪਦੇਸ਼ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਸਿੱਖ ਧਰਮ ਦੇ ਪੈਰੋਕਾਰਾਂ ਲਈ ਉਪਦੇਸ਼ ਕੀਤਾ। ਇਸੇ ਧਰਮ ਨੂੰ ਅੱਗੇ ਤੋਰਦੇ ਹੋਏ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ, ਜੋ ਉਹਨਾਂ ਦੇ ਮੁਖਾਰਬਿੰਦ ਤੋਂ ਸੁਣ ਕੇ ਭਾਈ ਸੁੰਦਰ ਜੀ ਨੇ ਬਾਣੀ ਗੁਰੂ ਅਰਜਨ ਸਾਹਿਬ ਨੂੰ ਦਿੱਤੀ, ਔਰ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਕਿ ਜੋ ਅਖੀਰ ਦਾ ਕਰਮ ਕਾਂਡ ਹੈ ਉਹ ਕਿਸ ਤਰ੍ਹਾਂ ਕਰਨਾ ਹੈ ਅਤੇ ਕਿਸ ਤਰ੍ਹਾਂ ਆਪਣੇ ਜੀਵਨ ਦੇ ਅੰਤਲੇ ਕਰਮ ਹਨ ਉਹ ਨਿਭਾਉਣੇ ਹਨ। ਪੁਰਾਣਿਆਂ ਕਰਮ ਕਾਂਡਾਂ ਵਿੱਚ ਨਹੀਂ ਜਾਣਾ, ਵਿਵੇਕ ਨਹੀਂ ਕਰਨੇ, ਉਹ ਆਪਾਂ ਇਸ ਵੀਡੀਓ ਵਿੱਚ ਤੁਹਾਨੂੰ ਦੱਸ ਰਹੇ ਹਾਂ। ਇਹ ਜੋ ਉਹਨਾਂ ਨੇ ਅੱਗੋਂ ਗੁਰੂ ਰਾਮਦਾਸ ਜੀ ਨੂੰ ਗੱਦੀ ਬਖਸ਼ ਕੇ ਉਹਨਾਂ ਦੇ ਹਿੱਸੇ ਜੋ ਜ਼ਿੰਮੇਵਾਰੀ ਲਾਈ ਇਸ ਬੂਟੇ ਨੂੰ ਹੋਰ ਵੱਡਾ ਕਰਨ ਲਈ, ਜੋ ਅੱਗੋਂ ਗੁਰੂ ਰਾਮਦਾਸ ਜੀ ਨੇ ਇਸ ਬੂਟੇ ਲਈ
ਜੋ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਉਹਨਾਂ ਨੇ ਕਾਰਜ ਕੀਤੇ, ਉਹ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਸਾਂਝੇ ਕਰਾਂਗੇ ਕਿ ਉਹਨਾਂ ਨੇ ਇਸ ਵੱਖਰਾ ਧਰਮ ਨੂੰ ਵੱਖਰਾ ਕਰਨ ਲਈ ਕੀ ਉਪਰਾਲਾ ਕੀਤਾ ਅਤੇ ਕਿਸ ਤਰ੍ਹਾਂ ਇਸ ਧਰਮ ਨੂੰ ਵੱਖਰਾ ਕਰਕੇ ਵਿਖਾਇਆ, ਜੋ ਅਜੇ ਤੱਕ ਵੀ ਸੰਸਾਰ ਵਿੱਚ ਇੱਕ ਵੱਖਰਾ ਰੂਪ ਬਣ ਕੇ ਸਾਹਮਣੇ ਹਾਜ਼ਰ ਹੈ, ਨਾਜ਼ਰ ਹੈ, ਜੋ ਉਹਨਾਂ ਨੇ ਅੰਮ੍ਰਿਤਸਰ ਸ਼ਹਿਰ ਵਸਾਇਆ। ਉਸ ਦਾ ਤਾਤਪਰਜ ਕੀ ਸੀ ਇਸ ਵੱਖਰੇ ਧਰਮ ਨੂੰ ਉਜਾਗਰ ਕਰਨ ਲਈ, ਉਹ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗੇ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।